TCS ਲਗਾਉਂਦੇ ਸੀ 5%, ਜੇ 7 ਲੱਖ ਤੋਂ ਉੱਪਰ ਦੀ 1 ਸਾਲ ਦੇ ਵਿੱਚ ਉਹ ਭੇਜਦਾ। ਜੇ ਉਹ 7 ਤੋਂ ਟੱਪ ਜਾਂਦਾ ਟੋਟਲ ਤੇ ਫਿਰ ਉਹ 5% TCS, ਉਹਨੂੰ ਟੈਕਸ ਕਲੈਕਟਡ ਐਟ ਸੋਰਸ ਕਹਿੰਦੇ ਨੇ। ਔਰ ਉਹ ਜਿਹੜਾ ਟੈਕਸ ਨਾ, ਉਹਨੂੰ ਸਾਡੇ ਇੱਥੇ ਇੰਡੀਆ ਦੇ ਵਿੱਚ ਪ੍ਰੋਵੀਜ਼ਨ ਟੈਕਸ ਹੋਰ ਹੈ, ਟੈਕਸ ਕਲੈਕਟਡ ਐਟ ਸੋਰਸ ਹੋਰ ਹੈ। ਪਰ ਜਿਹੜਾ ਪਹਿਲਾਂ ਵੀ ਸੀ ਤੇ ਹੁਣ ਵੀ ਆ, ਉਹ ਟੈਕਸ ਦੇਣਾ ਪੈਂਦਾ, ਉਹ 20% ਆ। ਉਹ 20% ਕੈਪੀਟਲ ਗੇਨ ਟੈਕਸ ਹੈ। ਆਫਿਸਰ ਉਹਨੂੰ ਅੱਜ ਕੱਲ੍ਹ ਤੇ ਗੂਗਲ ਦੀ ਪ੍ਰੋਵੀਜ਼ਨ, ਗੂਗਲ ਦੇ ਉੱਤੇ ਡਿਸਟੈਂਸ ਚੈੱਕ ਕਰ ਲੈਂਦੇ ਨੇ, ਜਾਂ ਪਿੰਡ ਤਹਿਸੀਲ ਦੇ ਕਮੇਟੀ ਤੋਂ ਕਿੰਨੀ ਦੂਰ ਹੈ, ਏਰੀਅਲ ਡਿਸਟੈਂਸ ਉਹਦਾ ਚੈੱਕ ਕਰ ਲੈਂਦੇ ਨੇ। ਅਗਰ ਉਹ ਸੈਟਿਸਫਾਈ ਹੁੰਦੇ ਨੇ ਤਾਂ ਸਾਨੂੰ ਤਾਂ ਕੋਈ ਟੈਕਸ ਨਹੀਂ ਪੈਂਦਾ। The Harjinder Singh Show। ਕਿ ਪੈਸੇ ਭੇਜਣ ਵੇਲੇ ਜਿਹੜੇ ਭਾਰਤ ਤੋਂ ਪੈਸੇ ਕੈਨੇਡਾ ਨੂੰ ਜਾਂ ਬਾਹਰਲੇ ਮੁਲਕ ਨੂੰ ਜਾਣੇ ਨੇ, ਉਹ 'ਚੋਂ ਸਰਕਾਰ 20% ਦੀ ਕਟੌਤੀ ਕਰਿਆ ਕਰੇਗੀ। ਕੀ ਉਹ ਹਰ ਇੱਕ 'ਤੇ ਲਾਗੂ ਹੁੰਦਾ ਹੈ? ਕਿਹੜੇ ਕਿਹੜੇ ਲੋਕਾਂ 'ਤੇ ਲਾਗੂ ਹੋਏਗਾ? ਕੀ ਉਹ ਐਗਰੀਕਲਚਰ ਜ਼ਮੀਨ ਦੇ ਉੱਤੇ ਲਾਗੂ ਹੁੰਦਾ? ਇਹਦੇ ਨਾਲ ਬਹੁਤ ਸਵਾਲ ਪੈਦਾ ਹੋਏ ਨੇ। ਜਿਹੜੇ ਲੋਕ ਵੀ ਪੰਜਾਬ ਤੋਂ ਕੈਨੇਡਾ ਜਾਂ ਅਮਰੀਕਾ ਜਾਂ ਆਸਟ੍ਰੇਲੀਆ ਵਗੈਰਾ ਰਹਿ ਰਹੇ ਹਨ, ਔਰ ਉਹਨਾਂ ਦੇ ਵਿੱਚੋਂ ਬਹੁਤ ਵੱਡੀ ਗਿਣਤੀ ਹੈ ਜਿਨ੍ਹਾਂ ਦੀਆਂ ਜ਼ਮੀਨਾਂ, ਜਾਇਦਾਦਾਂ, ਉਹਨਾਂ ਦੀਆਂ ਕੋਠੀਆਂ ਅਤੇ ਹੋਰ ਪ੍ਰੋਪਰਟੀਜ਼, ਈਵਨ ਟਰਾਂਸਪੋਰਟਸ ਜਾਂ ਕਈ ਬਿਜ਼ਨਸਿਸ ਨੇ ਉੱਥੇ ਖੋਲ੍ਹੇ ਹੋਏ, ਉੱਥੇ ਚੱਲਦੇ ਸੀ ਅਤੇ ਚੱਲਦੇ ਨੇ। ਹੁਣ ਬਹੁਤ ਸਾਰੇ ਲੋਕ ਉਹਨਾਂ ਪ੍ਰੋਪਰਟੀਜ਼ ਨੂੰ ਵੇਚ ਕੇ ਪੈਸੇ ਇੱਥੇ ਲੈ ਕੇ ਆਉਣਾ ਚਾਹੁੰਦੇ ਨੇ, ਜਾਂ ਵੈਸੇ ਹੀ ਕਈ ਲੋਕ ਇੱਥੇ ਹੁਣ ਆਪਣੇ, ਉਹਨਾਂ ਦੇ ਬੱਚੇ ਇੱਥੇ ਵਿਦਿਆਰਥੀ ਦੇ ਰੂਪ ਦੇ ਵਿੱਚ ਆਏ ਹੋਏ ਨੇ, ਉਹਨਾਂ ਦੇ ਪੇਰੈਂਟਸ ਉਹਨਾਂ ਨੂੰ ਜੁਆਇਨ ਕਰਨਾ ਚਾਹੁੰਦੇ ਨੇ। ਕੁਛ ਲੋਕ ਉੱਥੋਂ ਹੋਰ ਕਈ ਕਾਰਨਾਂ ਕਰਕੇ ਮੂਵ ਹੋ ਰਹੇ ਨੇ ਅਤੇ ਨਾਲ ਪੈਸੇ ਲੈ ਕੇ ਆਉਂਦੇ ਨੇ। ਜਿਹੜੇ ਪੈਸੇ ਹਿੰਦੁਸਤਾਨ ਤੋਂ ਨਿਕਲਦੇ ਨੇ, ਪਹਿਲਾਂ ਕਾਨੂੰਨ ਇਹ ਸੀ ਕਿ ਜੇ ਉਹ 7 ਲੱਖ ਰੁਪਈਏ ਤੋਂ ਘੱਟ ਦੇ ਪੈਸੇ ਨਾਲ ਲੈ ਕੇ ਆਉਂਦੇ ਨੇ, ਭਾਵ ਕਿ ਬੈਂਕ ਤੋਂ ਬੈਂਕ ਰਾਹੀਂ ਟਰਾਂਸਫਰ ਕਰਾਉਂਦੇ ਨੇ, ਉੱਥੋਂ ਲੀਗਲੀ ਉਹ ਦੱਸ ਕੇ ਲਿਆਉਂਦੇ ਨੇ, ਹਵਾਲਾ ਰਾਹੀਂ ਨਹੀਂ ਆਉਂਦੇ, ਚੋਰੀ ਪੈਸੇ ਨਹੀਂ ਲੈ ਕੇ ਆਉਂਦੇ, ਸਗੋਂ ਉਹ ਸੈਂਦਕ ਲੈ ਕੇ ਆਉਂਦੇ ਨੇ, ਤਾਂ 7% ਪੈਸੇ ਉਹ 'ਚੋਂ ਕੱਟੇ ਜਾਂਦੇ ਰਹੇ। ਸਰਕਾਰ ਇੱਕ ਟੈਕਸ ਲਾਉਂਦੀ ਸੀ, ਕਟੌਤੀ ਕਰ ਲੈਂਦੀ ਸੀ। ਲੇਕਿਨ ਉਹ ਕਟੌਤੀ ਹੁਣ ਵਧਾ ਕੇ ਉਹਨਾਂ ਨੇ 20% ਕਰ ਦਿੱਤੀ। ਇਸ ਸੰਬੰਧ ਦੇ ਵਿੱਚ ਲੋਕਾਂ ਦੀਆਂ ਬੜੀਆਂ ਪਹਿਲਾਂ ਵੀ ਤੁਹਾਡੇ ਚੇਤੇ ਹੋਣਾ ਕਾਲਸ ਆਈਆਂ। ਦਰਅਸਲ ਛਾਬੜਾ ਸਾਹਿਬ ਜਿਹੜੇ ਨੇ, ਦਲਜੀਤ ਸਿੰਘ ਛਾਬੜਾ ਜੀ, ਉਹ ਵਕੀਲ ਨੇ ਇਨਕਮ ਟੈਕਸ ਦੇ ਉੱਤੇ, ਭਾਰਤ ਦੀ ਸਰਕਾਰ ਤੋਂ ਮਨਜ਼ੂਰ ਲਾਇਸੈਂਸਡ ਬਾਕਾਇਦਾ ਤੌਰ 'ਤੇ। ਉਹਨਾਂ ਨੇ ਬਹੁਤ ਲੋਕਾਂ ਦੀ ਮਦਦ ਕੀਤੀ ਹੈ ਜਿਹੜੇ NRIs ਨੇ, ਬਾਹਰਲੇ ਮੁਲਕਾਂ ਜਾਂਦੇ ਨੇ, ਅਤੇ ਉਹ ਜਾਇਜ਼ ਤਰੀਕੇ ਨਾਲ ਆਪਣੀ ਦੌਲਤ ਨੂੰ ਕਿਸ ਤਰੀਕੇ ਨਾਲ ਬਾਹਰ ਲੈ ਕੇ ਜਾ ਸਕਦੇ ਹਨ। ਸਰ ਦਲਜੀਤ ਸਿੰਘ ਜੀ, ਜੀ ਆਇਆਂ ਨੂੰ, ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਿੰਘ ਭਾਜੀ, ਕੀ ਹਾਲ ਚਾਲ ਹੈ? ਠੀਕ ਹੈ ਜੀ, ਬਹੁਤ ਮਿਹਰਬਾਨੀ। ਸਭ ਤੋਂ ਪਹਿਲਾਂ ਸਾਨੂੰ ਇਹ ਦੱਸੋ ਕਿ ਜਿਹੜਾ ਇਹ 20% ਦਾ ਹੁਣ ਕਟੌਤੀ ਕਰਨ ਲੱਗੇ ਨੇ, ਕਿਹਨਾਂ ਲੋਕਾਂ 'ਤੇ ਲਾਗੂ ਹੁੰਦੀ ਹੈ, ਕਦੋਂ ਤੋਂ ਲਾਗੂ ਹੋਣੀ ਹੈ? ਸਿੰਘ ਸਾਹਿਬ, ਇਹ ਨਾ ਜਿਹੜਾ ਹੁਣ ਇਹਨਾਂ ਨੇ 2023 ਦਾ ਬਜਟ ਦਿੱਤਾ ਭਾਰਤ ਸਰਕਾਰ ਨੇ, ਉਹਦੇ ਵਿੱਚ ਇੱਕ ਪ੍ਰੋਵੀਜ਼ਨ ਬਣਾ ਦਿੱਤੀ TCS ਦੀ, ਟੈਕਸ ਕਲੈਕਟਡ ਐਟ ਸੋਰਸ। ਇਹ ਐਕਚੁਅਲੀ ਪਹਿਲੇ ਵੀ ਸੀਗਾ ਪ੍ਰੋਵੀਜ਼ਨ, ਪਿਛਲੇ ਬਜਟ ਦੇ ਵਿੱਚ ਆ ਚੁੱਕਾ ਸੀਗਾ, ਅਬਾਊਟ ਅਕਤੂਬਰ 20 ਤੋਂ ਸ਼ੁਰੂ ਹੋਇਆ ਸੀਗਾ। ਉਦੋਂ ਇਹਨਾਂ ਨੇ ਕਿਹਾ ਸੀਗਾ ਵੀ ਜਿਹੜਾ ਕੋਈ ਭਾਰਤੀ ਵਸਿੰਦਾ, ਇੰਡੀਅਨ ਰੈਜ਼ੀਡੈਂਟ ਆ, ਉਹ ਅਬਰੋਡ ਪੈਸੇ ਭੇਜਦਾ ਆਪਣੀ ਕਮਾਈ ਦੇ ਵਿੱਚੋਂ, ਆਪਣੀ ਕੈਪੀਟਲ ਦੇ ਵਿੱਚੋਂ, ਆਪਣੇ ਕਿਸੇ ਬੱਚਿਆਂ ਨੂੰ ਭੇਜਦਾ, ਕਿਸੇ ਰਿਸ਼ਤੇਦਾਰ ਨੂੰ ਭੇਜਦਾ, ਉਹਦੇ ਉੱਤੇ TCS ਲਗਾਉਂਦੇ ਸੀ 5%, ਜੇ 7 ਲੱਖ ਤੋਂ ਉੱਪਰ ਦੀ 1 ਸਾਲ ਦੇ ਵਿੱਚ ਉਹ ਭੇਜਦਾ ਕਿਸੇ ਵੀ ਬੈਂਕਾਂ ਤੋਂ। ਸਪੋਜ਼ ਕਈ ਲੋਕ ਕਰਦੇ ਸੀ ਜੀ 5 ਉੱਧਰੋਂ ਭੇਜਿਆ, 5 ਉੱਧਰੋਂ ਭੇਜਿਆ, ਕਿਉਂਕਿ ਇਹ ਜਿਹੜੀ ਟ੍ਰਾਂਜੈਕਸ਼ਨ ਪੈਨ ਬੇਸ ਹੁੰਦੀ ਹੈ। ਉਹ ਪੈਨ ਦੇ ਗੱਲ ਤੁਹਾਨੂੰ ਥੱਲੇ ਇੱਕ ਡੈਕਲੇਰੇਸ਼ਨ ਦੇਣੀ ਪੈਂਦੀ ਹੈ ਵੀ ਸਪੋਜ਼ ਅੱਜ ਮੈਂ 5 ਲੱਖ ਭੇਜ ਰਿਹਾ ਤੇ ਇਸ ਤੋਂ ਪਹਿਲਾਂ ਵੀ ਭੇਜਿਆ ਕਿ ਨਹੀਂ ਇਸ ਸਾਲ ਦੇ ਵਿੱਚ। ਤੇ ਜੇ ਉਹ 7 ਤੋਂ ਟੱਪ ਜਾਂਦਾ ਟੋਟਲ ਤੇ ਫਿਰ ਉਹ 5% TCS, ਉਹਨੂੰ ਟੈਕਸ ਕਲੈਕਟਡ ਐਟ ਸੋਰਸ ਕਹਿੰਦੇ ਨੇ। ਔਰ ਉਹ ਜਿਹੜਾ ਟੈਕਸ ਨਾ, ਉਹਨੂੰ ਸਾਡੇ ਇੱਥੇ ਇੰਡੀਆ ਦੇ ਵਿੱਚ ਪ੍ਰੋਵੀਜ਼ਨ ਟੈਕਸ ਹੋਰ ਹੈ, ਟੈਕਸ ਕਲੈਕਟਡ ਐਟ ਸੋਰਸ ਹੋਰ ਹੈ। ਟੈਕਸ ਪੈਂਦਾ ਸਾਡੀ ਇਨਕਮ ਦੇ ਉੱਤੇ, ਜਿੰਨੀ ਅਸੀਂ ਕਮਾਈ ਸਾਲ ਦੀ ਕਰਦੇ ਹਾਂ, ਜਿੰਨੀ ਡਿਕਲੇਅਰ ਕਰਦੇ ਹਾਂ, ਉਹਦੇ ਉੱਤੇ ਟੈਕਸ ਪੈਂਦਾ, ਜਿਹੜਾ ਸਾਨੂੰ ਵਾਪਸ ਨਹੀਂ ਆਉਂਦਾ ਮੁੜ ਕੇ। ਉਹ ਸਰਕਾਰ ਸਾਡੇ ਕੋਲ ਟੈਕਸ ਲੈ ਲੈਂਦੀ ਹੈ। TCS ਤੇ TDS ਦੋ ਚੀਜ਼ਾਂ ਨੇ। ਪੈਸੇ ਜਦੋਂ ਕਿਸੇ ਕੋਲ ਕੋਈ ਸਾਨੂੰ ਦਿੰਦਾ, ਕੁਛ ਇੱਦਾਂ ਦੀਆਂ ਅਮਾਊਂਟਸ ਹੁੰਦੀਆਂ ਨੇ ਪੇਮੈਂਟ, ਜਿਹਨਾਂ ਤੋਂ ਟੈਕਸ ਕੱਟਿਆ ਜਾਂਦਾ। ਤੇ ਇੱਕ TCS ਹੈਗਾ ਵੀ ਜਿਹੜਾ ਬੰਦਾ ਸਾਡੇ ਕੋਲੋਂ ਪੈਸੇ ਲੈਂਦਾ, ਉਹ ਲੈਣ ਨਾਲ ਟੈਕਸ ਕਲੈਕਟ ਕਰਦਾ। ਇਹਨੂੰ ਇਸ ਪ੍ਰੋਵੀਜ਼ਨ ਵਿੱਚ ਪਾਇਆ ਗਿਆ ਸੀ, ਔਰ ਇਹ ਸਾਡੀ
ਜਿਹੜਾ ਟੈਕਸ ਬਣਦਾ ਸਾਡਾ, ਜਿਹੜਾ ਪੇ ਕਰਨ ਵਾਲਾ ਟੈਕਸ ਹੈ ਸਾਲ ਦੀ ਸਾਰੀ ਕਮਾਈ ਦੇ ਵਿੱਚ, ਉਹਦੇ 'ਚ ਐਡਜਸਟ ਹੁੰਦਾ ਸੀਗਾ 5%। ਹੁਣ ਭਾਰਤ ਸਰਕਾਰ ਨੇ ਕੀ ਕਿਹਾ ਵੀ ਇਹ ਜਿਹੜਾ 5% ਦੀ ਥਾਂ ਤੇ ਇਹ 20% ਲੱਗੇਗਾ 1 ਜੁਲਾਈ ਤੋਂ, TCS ਹੋ ਜਾਏਗਾ। ਉਹਦੇ ਵਿੱਚ ਤਾਂ 2 ਚੀਜ਼ਾਂ ਦੀ ਛੋਟ ਦਿੱਤੀ ਹੈ ਵੀ ਅਗਰ ਐਜੂਕੇਸ਼ਨ ਵਾਸਤੇ ਪੈਸੇ ਬਾਹਰ ਜਾਣੇ ਨੇ ਤਾਂ, ਜਾਂ ਮੈਡੀਕਲ ਕਿਸੇ ਟਰੀਟਮੈਂਟ ਵਾਸਤੇ ਬਾਹਰ ਜਾਣੇ ਨੇ ਤਾਂ 5% ਹੀ ਰਹੇਗਾ। ਔਰ ਜੇ ਕਿਸੇ ਨੇ ਐਜੂਕੇਸ਼ਨ ਲੋਨ ਲੈ ਕੇ ਪੈਸੇ ਬਾਹਰ ਭੇਜਣੇ ਨੇ ਇੱਥੋਂ ਇੰਡੀਆ 'ਚੋਂ, ਉਹਦਾ 0.5%, 0.5% TCS ਲੱਗੇਗਾ। ਹੁਣ ਸਰਕਾਰ ਨੇ ਜਿਹੜਾ ਵਧਾਇਆ 20%, ਇੱਥੇ ਮੈਨੂੰ ਵੀ ਬੜੀਆਂ ਕਾਲ ਆਈਆਂ ਨੇ ਪਹਿਲਾਂ ਵੀ ਇਹ ਕੀ ਹੋ ਗਿਆ ਜੀ, ਸਰਕਾਰ ਨੇ ਟੈਕਸ ਲਗਾ ਦਿੱਤਾ। ਇਹ ਸਾਡੇ NRI ਭਰਾਵਾਂ ਦੀ ਰਿਮਿਟਨੈਂਸ ਦੇ ਉੱਤੇ ਟੈਕਸ ਨਹੀਂ ਹੈ, ਇੱਕ ਤੇ ਨੋਟ ਕਰ ਲੈਣ ਸਾਰੇ। ਅੱਛਾ ਜੀ। ਇਹ ਟੈਕਸ ਹੈਗਾ ਸਿਰਫ ਇੰਡੀਅਨ ਰੈਜ਼ੀਡੈਂਟਸ ਦੇ ਉੱਤੇ, ਜਿਹੜੇ ਇੰਡੀਅਨ ਸਿਟੀਜ਼ਨ ਇੰਡੀਆ ਦੇ ਵਿੱਚ ਰਹਿ ਰਹੇ ਨੇ, ਉਹ ਆਪਣੇ ਕਿਸੇ ਰਿਲੇਟਿਵ ਨੂੰ, ਆਪਣੇ ਬੱਚਿਆਂ ਨੂੰ ਪੈਸਾ ਭੇਜਦੇ ਪਏ ਨੇ, ਤੇ ਐਜੂਕੇਸ਼ਨ ਵਾਸਤੇ ਭੇਜਣਗੇ ਤੇ 5% ਹੀ ਕੱਟਿਆ ਜਾਏਗਾ ਉਹਨਾਂ ਦਾ, ਮਤਲਬ ਉਹਨਾਂ ਕੋਲ ਕਲੈਕਟ ਕੀਤਾ ਜਾਏਗਾ। ਅੱਛਾ, ਇੱਕ ਮਿੰਟ ਲਈ ਮੈਨੂੰ ਇਹ ਸਮਝ ਲੈਣ ਦਿਓ, ਕਿਉਂਕਿ ਇੱਥੇ ਜਿਹੜੀ ਜਾਣਕਾਰੀ ਦਿੱਤੀ ਗਈ ਸੀ ਪਹਿਲਾਂ ਆਈ ਜਾਣਕਾਰੀ, ਉਸ ਦੇ ਵਿੱਚ ਇਹ ਗੱਲ ਸਪਸ਼ਟ ਨਹੀਂ ਸੀ। ਫਰਜ਼ ਕਰੋ ਇੱਥੇ ਕੈਨੇਡੀਅਨ ਕੋਈ ਵਿਅਕਤੀ, ਕੈਨੇਡੀਅਨ ਸਿਟੀਜ਼ਨ ਜਾਂ ਇੱਥੋਂ ਦਾ ਪਰਮਾਨੈਂਟ ਰੈਜ਼ੀਡੈਂਟ ਪੰਜਾਬ ਜਾਂਦਾ, ਉੱਥੋਂ ਆਪਣੀ ਜ਼ਮੀਨ ਵੇਚਦਾ, ਜ਼ਮੀਨ ਵੇਚ ਕੇ ਉਹ ਫਰਜ਼ ਕਰੋ ਇੱਥੇ 10 ਲੱਖ ਰੁਪਈਆ ਲੈ ਕੇ ਆਉਣਾ ਚਾਹੁੰਦਾ, ਉੱਥੇ ਉਹ ਬੈਂਕ ਜਮ੍ਹਾਂ ਕਰਾਉਂਦਾ ਅਤੇ ਇੱਥੇ ਬੈਂਕ 'ਚ ਟਰਾਂਸਫਰ ਕਰਾ ਦਿੰਦਾ। ਹੁਣ ਉਹਦੇ ਉੱਤੇ ਕੋਈ ਕਟੌਤੀ ਨਹੀਂ, ਪਰ ਜੇ ਕੋਈ ਭਾਰਤ ਦਾ ਨਾਗਰਿਕ ਆ, ਭਾਰਤ ਦੇ ਵਿੱਚ ਹੀ ਰਹਿੰਦਾ ਸੀ, ਉਹ ਆਪਣੇ ਪੈਸੇ ਉੱਥੋਂ ਲਿਆ ਕੇ ਕੈਨੇਡਾ 'ਚ ਇਨਵੈਸਟ ਕਰਨਾ ਚਾਹੁੰਦਾ, ਜਾਂ ਇੱਥੇ ਘਰ ਬਣਾਉਣਾ ਚਾਹੁੰਦਾ, ਜਾਂ ਇੱਥੇ ਰਹਿਣਾ ਚਾਹੁੰਦਾ, ਜਦੋਂ ਉਹਨੇ ਪੈਸੇ ਬੈਂਕ ਤੋਂ ਬੈਂਕ ਰਾਹੀਂ ਲੈ ਕੇ ਆਉਣੇ ਨੇ, ਫਿਰ 20% ਦੇਣਾ ਪੈਣਾ। ਫਿਰ 20% ਟੈਕਸ ਜਿਹੜਾ ਉਹਦੇ ਕੋਲੋਂ ਕਲੈਕਟ ਕੀਤਾ ਜਾਏਗਾ, ਇੰਡੀਅਨ ਰੈਜ਼ੀਡੈਂਟ ਕੋਲੋਂ ਖਾਲੀ। ਜਿਹੜਾ NRI ਭਰਾ ਇੱਥੇ ਸਿਟੀਜ਼ਨ ਹੈ ਜਾਂ PR ਹੋਲਡਰ ਹੈ ਔਰ ਇੱਥੇ ਰਹਿ ਰਿਹਾ NRI ਸਟੇਟਸ ਦੇ ਵਿੱਚ, ਉੱਥੇ ਇੰਡੀਆ ਦੇ ਵਿੱਚ ਉਹਦਾ ਅਕਾਊਂਟ ਹੋਏਗਾ NRO, ਨੋਨ ਰੈਜ਼ੀਡੈਂਟ ਆਰਡੀਨਰੀ ਅਕਾਊਂਟ, ਜਾਂ NRE, ਨੋਨ ਰੈਜ਼ੀਡੈਂਟ ਐਕਸਟਰਨਲ ਅਕਾਊਂਟ। ਆਰਡੀਨਰੀ ਅਕਾਊਂਟ ਇਹਨਾਂ ਦਾ ਨਹੀਂ ਹੁੰਦਾ। ਉਹ ਜਿਹੜੇ ਪੈਸੇ ਸਪੋਜ਼ ਆਪਣੀ ਕੋਈ ਜ਼ਮੀਨ ਜਾ ਕੇ ਵੇਚਦੇ ਨੇ, ਪ੍ਰਾਪਰਟੀ ਵਗੈਰਾ ਵੇਚਦੇ ਨੇ, ਉਹ ਪੈਸੇ NRO ਦੇ ਵਿੱਚ ਜਮ੍ਹਾਂ ਹੁੰਦੇ ਨੇ। ਉੱਥੋਂ ਫਿਰ ਬੈਂਕ ਦੀ ਇੱਕ ਫਾਰਮੈਲਿਟੀ ਕਰਕੇ, ਜਿੱਦਾਂ ਮੈਂ ਪਿਛਲੇ ਪ੍ਰੋਗਰਾਮ 'ਚ ਵੀ ਦੱਸਿਆ ਸੀ ਕਿ 15 CA ਤੇ CB ਫਾਰਮ ਬੈਂਕ ਨੂੰ ਦਿੱਤਾ ਜਾਂਦਾ ਚਾਰਟਰਡ ਅਕਾਊਂਟੈਂਟ ਕੋਲੋਂ ਲੈ ਕੇ, ਔਰ ਉਹਦੇ ਉੱਤੇ ਕੋਈ 5%, ਕੋਈ 20%, ਕਿਸੇ ਤਰ੍ਹਾਂ ਦੀ ਕੋਈ ਵੀ ਕਟੌਤੀ ਐਕਸਟਰਾ ਨਹੀਂ ਹੈ। ਓ ਆਈ ਸੀ। ਸੋ ਉਹਨੇ ਪੈਸੇ ਜਿਹੜੇ ਆ ਆਪਣੇ ਰੇਟ ਦੇ ਮੁਤਾਬਕ ਕੈਨੇਡਾ ਦੀ ਬੈਂਕ 'ਚ ਜਮ੍ਹਾਂ ਹੋ ਜਾਣਗੇ। ਹਾਂ, ਉਹ ਜਮ੍ਹਾਂ ਹੋ ਜਾਣਗੇ। ਅਗਰ ਉਹ ਕੋਈ ਆਪਣੀ ਪ੍ਰਾਪਰਟੀ ਵੇਚਦੇ ਹੋ, ਤੇ ਜਿਹੜਾ ਪੁਰਾਣਾ ਕੈਪੀਟਲ ਗੇਨ ਟੈਕਸ ਹੁੰਦਾ ਇੱਕ ਸਾਡੇ, ਵੀ ਮੈਨੂੰ ਮੈਂ ਸਪੋਜ਼ ਮੇਰੀ ਪੁਰਾਣੀ ਪ੍ਰਾਪਰਟੀ ਹੈ, 2001 ਦਾ ਰੇਟ ਲਗਾ ਕੇ, ਅੱਜ ਦੀ ਰੈਫਰੈਂਸ ਇੰਡੈਕਸ ਲਗਾ ਕੇ, ਅਗਰ ਮੈਂ ਉਸ ਤੋਂ ਵੱਧ ਵੱਟਦਾ ਹਾਂ ਪੈਸੇ, ਤੇ ਮੇਰਾ 20% ਉੱਤੇ ਟੈਕਸ ਪੈਣਾ ਹੀ ਪੈਣਾ। ਉਹ ਅੱਜ ਵੀ ਪੈਂਦਾ, ਪਹਿਲਾਂ ਵੀ 20% ਹੀ ਸੀਗਾ। ਉਹਨੂੰ ਕਹਿੰਦੇ ਨੇ ਕੈਪੀਟਲ ਗੇਨ ਟੈਕਸ, ਜਿਹੜਾ ਭਾਰਤ ਸਰਕਾਰ ਨੇ ਲੈ ਲੈਣਾ। ਔਰ ਫਰਦਰ ਜਿਹੜੇ ਤੁਸੀਂ ਲੋਕ ਇੱਥੇ ਆ ਕੇ ਡਿਕਲੇਅਰ ਕਰਦੇ ਕੈਨੇਡਾ ਜਾਂ ਅਮਰੀਕਾ ਦੇ ਵਿੱਚ ਆਪਣੀ ਰਿਟਰਨ TR ਦੇ ਨਾਲ ਜਦੋਂ ਰਿਟਰਨ ਫਾਈਲ ਕਰਦੇ ਹੋ, ਉਹਦੇ ਵਿੱਚ ਉਹਨਾਂ ਨੂੰ ਸੈਟ ਆਫ ਮਿਲਦਾ ਹੈ, ਕਿਉਂਕਿ ਸਾਰੀਆਂ ਕੰਟਰੀਆਂ ਦਾ ਆਪਸ ਦੇ ਵਿੱਚ ਡਬਲ ਟੈਕਸੇਸ਼ਨ ਅਵੋਇਡੈਂਸ ਟਰੀਟੀ ਹੈ, ਵੀ ਇੱਕ ਬੰਦੇ ਨੂੰ 2 ਵਾਰੀ ਟੈਕਸ ਨਹੀਂ ਪਏਗਾ ਇੱਕ ਚੀਜ਼ ਤੇ। ਇੱਥੇ ਟੈਕਸ ਦੇ ਦਿੱਤਾ, ਇਹੀ ਪੈਸੇ ਉੱਥੇ ਜਾਣੇ ਨੇ। ਆਈ ਸੀ। ਸੋ ਭਾਰਤ ਦੇ ਵਿੱਚ ਹੀ ਉਹ ਟੈਕਸ ਕੱਟ ਲਿਆ ਜਾਂਦਾ 20%, ਇੱਥੇ ਟੈਕਸ ਦੇਣਾ ਨਹੀਂ ਪੈਂਦਾ। ਉਹ ਚਾਰਜ ਕਰ ਲੈਂਦਾ ਜੀ। ਹਾਂ, ਉਹ ਚਾਰਜ ਕਰ ਲੈਂਦਾ, ਕੱਟਦਾ ਨਹੀਂ, ਉਹ ਚਾਰਜ ਕਰਦੇ ਨੇ ਜੀ। ਉਹ ਟੈਕਸ ਲੱਗਦਾ ਇਹਨਾਂ ਤੇ। ਜਿਹੜੀ ਇਹ ਅਮੈਂਡਮੈਂਟ ਆਈ ਹੈ ਥਿੰਨ ਸਾਹਿਬ, ਇਹ ਬਿਲਕੁਲ ਕਲੀਅਰ ਹੈਗੀ ਹੈ ਵੀ ਨੋਨ ਰੈਜ਼ੀਡੈਂਟ ਵਾਸਤੇ ਇਹ ਅਮੈਂਡਮੈਂਟ ਨਹੀਂ ਹੈ। ਅਗਰ ਉਹਨਾਂ ਨੇ ਕੋਈ ਆਪਣੀ ਪ੍ਰਾਪਰਟੀ ਵੇਚਣੀ ਹੈ, ਤੇ ਉਹ ਐਜ਼ ਇਟ ਇਜ਼ ਰੂਟੀਨ 'ਚ ਜਿੱਦਾਂ ਪਹਿਲੇ ਪੈਸੇ ਭੇਜਦੇ ਸੀ ਬੈਂਕ ਦੇ ਥਰੂ, ਪੈਸੇ ਉੱਥੇ ਜਾ ਸਕਦੇ ਨੇ ਬਿਨਾਂ ਇਹ ਨਹੀਂ ਕਿਤੇ TCS ਤੇ। ਪਰ ਜਿਹੜਾ ਪਹਿਲਾਂ ਵੀ ਸੀ ਤੇ ਹੁਣ ਵੀ ਆ, ਉਹ ਟੈਕਸ ਦੇਣਾ ਪੈਂਦਾ, ਉਹ 20% ਆ। ਉਹ 20% ਕੈਪੀਟਲ ਗੇਨ ਟੈਕਸ ਹੈ। ਉਹ ਮੈਂ ਛੋਟੀ ਜਿਹੀ ਇੱਕ ਐਗਜ਼ਾਮਪਲ ਦੇ ਦਿਆਂ ਬਈ, ਮੈਂ ਅਗਰ ਮੇਰੀ ਪ੍ਰਾਪਰਟੀ ਪੁਰਾਣੀ ਹੈ, ਉਹ 2001 ਦੀ ਉਹਦੀ ਵੈਲਿਊ ਲਈ ਜਾਏਗੀ। ਸਪੋਜ਼ ਮੈਂ 2001 ਦੇ ਵਿੱਚ 1 ਲੱਖ ਦੀ ਲਈ ਸੀਗੀ, ਜਾਂ 1 ਲੱਖ ਉਹਦੀ ਵੈਲਿਊ ਸੀਗੀ। ਅੱਜ ਉਹਦਾ ਗਵਰਨਮੈਂਟ ਨੇ ਇੱਕ ਰੈਫਰੈਂਸ ਇੰਡੈਕਸ ਦਿੱਤਾ, ਉਹ ਬਣ ਜਾਂਦਾ 3,31,000 ਰੁਪਈਆ 1 ਲੱਖ ਦੀ ਥਾਂ ਤੇ। ਅਗਰ ਮੈਂ
3,31,00,000 ਤੋਂ ਵੱਧ ਪੈਸੇ ਜਿੰਨੇ ਵਟਾਂਗਾ, ਜਿੰਨੇ ਪ੍ਰਾਪਰਟੀ ਵੇਚਾਂ, ਉਹਦਾ 20% ਸਿਰਫ ਪੈਣਾ, ਸਾਰੀ ਸੇਲ ਤੇ ਨਹੀਂ ਪੈਣਾ। ਉਹ ਇਹ ਆਈ ਵੀ ਸੀ। ਨੋਟ ਕਰ ਲਓ। ਅੱਛਾ, ਇੱਕ ਇਹ ਗੱਲ ਵੀ ਸੱਚੀ ਹੈ ਛਾਬੜਾ ਸਾਹਿਬ ਵੀ ਜੇ ਉਹ 3,31,000 ਐਗਰੀਕਲਚਰ ਲੈਂਡ ਵੇਚ ਕੇ ਆਇਆ ਤੁਹਾਡੇ ਹੱਥ, ਜੇ ਉਸ ਤੋਂ ਵੱਧ ਆਏ ਨੇ ਪੈਸੇ, ਤਾਂ ਫਿਰ ਕੋਈ ਟੈਕਸ ਨਹੀਂ? ਐਗਰੀਕਲਚਰ ਲੈਂਡ ਸਿੰਘ ਸਾਹਿਬ, ਇਹਦੇ 'ਚ ਨਾ ਸਟੇਟਸ ਦੋ ਨੇ ਐਗਰੀਕਲਚਰ ਲੈਂਡ ਤੇ। ਜਿਹੜੀ ਤੇ ਅਰਬਨਾਈਜ਼ ਹੋ ਗਈ ਹੋਈ ਹੈ, ਮਿਊਨਿਸਪਲ ਕਮੇਟੀ ਦੀ ਹੱਦ ਤੋਂ, ਜਿੱਦਾਂ ਕੋਈ ਕਾਰਪੋਰੇਸ਼ਨ ਹੈ, ਉੱਥੇ ਉਹਨਾਂ ਨੇ 8 ਕਿਲੋਮੀਟਰ ਵੀ ਕਿਹਾ, ਛੋਟੀਆਂ ਕਮੇਟੀਆਂ ਨੇ 2 ਕਿਲੋਮੀਟਰ ਵੀ ਕਿਹਾ। ਅਗਰ ਤੇ ਉਸ ਤੋਂ ਬਾਹਰ ਪੈਂਦੀ ਪਿੰਡਾਂ ਦੇ ਵਿੱਚ, ਫਿਰ ਉਹ ਐਗਰੀਕਲਚਰ ਲੈਂਡ ਦੀ ਸੇਲ ਜਿਹੜੀ ਉਹ ਬਿਲਕੁਲ ਟੈਕਸ ਫਰੀ, ਉਹ ਤੇ ਉਹ 20% ਵੀ ਨਹੀਂ ਪੈਂਦਾ। ਉਹਦੇ ਵਾਸਤੇ ਸਾਨੂੰ ਇੱਕ ਡਿਸਟੈਂਸ ਸਰਟੀਫਿਕੇਟ ਤਹਿਸੀਲਦਾਰ ਤੋਂ ਲੈਣਾ ਪੈਂਦਾ। ਆਫਿਸਰ ਉਹਨੂੰ ਅੱਜ ਕੱਲ੍ਹ ਤੇ ਗੂਗਲ ਦੀ ਪ੍ਰੋਵੀਜ਼ਨ, ਗੂਗਲ ਦੇ ਉੱਤੇ ਡਿਸਟੈਂਸ ਚੈੱਕ ਕਰ ਲੈਂਦੇ ਨੇ, ਜਾਂ ਪਿੰਡ ਤਹਿਸੀਲ ਦੇ ਕਮੇਟੀ ਤੋਂ ਕਿੰਨੀ ਦੂਰ ਹੈ, ਏਰੀਅਲ ਡਿਸਟੈਂਸ ਉਹਦਾ ਚੈੱਕ ਕਰ ਲੈਂਦੇ ਨੇ। ਅਗਰ ਉਹ ਸੈਟਿਸਫਾਈ ਹੁੰਦੇ ਨੇ ਤਾਂ ਸਾਨੂੰ ਤਾਂ ਕੋਈ ਟੈਕਸ ਨਹੀਂ ਪੈਂਦਾ। ਜਿੰਨੇ ਵੱਟੇ ਜਾਣਗੇ ਸਾਰੇ ਦੇ ਸਾਰੇ ਪੈਸੇ ਇੱਥੇ ਕੈਨੇਡਾ ਜਾਂ ਅਮਰੀਕਾ ਜਿੱਥੇ ਵੀ ਰਹਿ ਰਹੇ ਉੱਥੇ ਪਹੁੰਚ ਜਾਂਦੇ ਨੇ। ਪਰ ਜੇ ਕੋਈ ਛਾਬੜਾ ਸਾਹਿਬ ਤੁਸੀਂ ਇਮਾਰਤ ਵੇਚਦੇ ਹੋ, ਦੁਕਾਨਾਂ ਵੇਚਦੇ ਹੋ, ਕੋਠੀ ਵੇਚਦੇ ਹੋ, ਸ਼ਹਿਰ ਦੇ ਵਿੱਚ ਆ ਪ੍ਰਾਪਰਟੀ, ਉਹਦੇ ਤੇ 20% ਲੱਗੂਗਾ ਕੈਪੀਟਲ ਗੇਨਸ ਟੈਕਸ? ਉਹਦੇ ਉੱਤੇ ਇਸ ਤਰ੍ਹਾਂ 20% ਪਏਗਾ ਜਿੱਦਾਂ ਮੈਂ ਪਹਿਲਾਂ ਰੈਫਰੈਂਸ ਟੈਕਸ ਲਾ ਕੇ ਦੱਸਿਆ। ਉਹ ਵੱਧ ਜਿਹੜਾ ਵਟਾਂਗੇ ਉਹਦੇ ਉੱਤੇ 20% ਪਏਗਾ। ਉਹ ਭਾਵੇਂ ਉਹਦੇ 'ਚ ਨਾ ਸਿੰਘ ਸਾਹਿਬ ਕੋਈ ਡਿਸਕ੍ਰੀਮੀਨੇਸ਼ਨ ਨਹੀਂ ਹੈ, ਭਾਵੇਂ ਇੰਡੀਅਨ ਰੈਜ਼ੀਡੈਂਟ ਹੈ ਤਾਂ ਵੀ ਸੇਮ ਹੈ ਪ੍ਰੋਸੈਸ, ਭਾਵੇਂ ਨੌਨ ਰੈਜ਼ੀਡੈਂਟ ਹੈ ਤਾਂ ਵੀ ਸੇਮ ਟੈਕਸ ਹੈ। ਅੱਛਾ ਜੀ। ਔਰ ਸਾਨੂੰ ਸਿੰਘ ਸਾਹਿਬ ਇੱਕ ਇਹ ਸਮਝ ਨਹੀਂ ਆਉਂਦੀ, ਸਰਕਾਰ ਨੇ 20% ਵਾਲਾ ਇੰਡੀਅਨ ਰੈਜ਼ੀਡੈਂਟ ਤੇ ਕਿਉਂ ਲਗਾ ਦਿੱਤਾ। ਹੁਣ TCS ਹੈਗਾ, ਜਿੱਦਾਂ ਅਗਰ ਮੇਰੀ ਹਾਇਰ ਬ੍ਰੈਕਟ ਦੇ ਵਿੱਚ ਆਉਂਦੀ ਇਨਕਮ, ਮੈਂ ਉੱਤੇ ਸਰਕਾਰ ਨੂੰ ਟੈਕਸ ਦੇਣਾ, ਔਰ ਮੇਰੇ ਤੇ ਇੱਕ ਜ਼ਿੰਮੇਵਾਰੀ ਹੈ ਵੀ ਮੈਂ ਟੈਕਸ ਨੂੰ ਐਡਵਾਂਸ ਟੈਕਸ ਜਮ੍ਹਾਂ ਕਰਾਵਾਂ ਸਾਲ ਦਾ 4 ਕਿਸ਼ਤਾਂ 'ਚ, ਜੂਨ, ਸਤੰਬਰ, ਦਸੰਬਰ ਤੇ ਮਾਰਚ ਵਿੱਚ 4 ਵਾਰੀ। ਜੇ ਸਪੋਜ਼ ਮੈਂ ਕਰਨਾ ਜੀ ਮੇਰਾ 10 ਲੱਖ ਟੈਕਸ ਬਣਦਾ, ਉਹ ਪਹਿਲਾਂ 15%, ਫਿਰ 30%, ਫਿਰ 30%, ਫਿਰ ਬਾਕੀ ਸਾਰਾ ਮਾਰਚ ਦੇ ਵਿੱਚ। ਹੁਣ ਅਸੀਂ ਦੂਜੇ ਪਾਸੇ ਦੇਖੀਏ ਵੀ ਜਿਸ ਮੇਰੇ ਕੋਲੋਂ ਅਗਰ ਸਰਕਾਰ ਨੇ 20% ਲੈ ਲਿਆ ਤੇ ਮੈਂ ਐਡਵਾਂਸ ਟੈਕਸ ਆਪਣਾ ਨਹੀਂ ਜਮ੍ਹਾਂ ਕਰਾਵਾਂਗਾ, ਇਹ ਵੀ ਐਡਵਾਂਸ ਟੈਕਸ ਹੀ ਹੈ ਮੇਰਾ। ਸਰਕਾਰ ਨੂੰ ਐਡਾ ਵੱਡਾ ਫਾਇਦਾ ਹੋਣ ਵਾਲਾ ਨਹੀਂ ਹੈ ਇਸ ਅਮੈਂਡਮੈਂਟ ਦੇ ਵਿੱਚ। ਇੱਕ ਐਵੇਂ ਰੌਲਾ ਜਿਹਾ ਖੜਾ ਹੋ ਗਿਆ, ਸਰਕਾਰ ਦਾ ਐਡਵਾਂਸ ਟੈਕਸ ਆਉਣਾ ਬੰਦ ਹੋ ਜਾਣਾ। ਜਿਨ੍ਹਾਂ ਲੋਕਾਂ ਨੇ ਪੈਸੇ ਇੱਧਰ ਲਿਆਉਣੇ ਨੇ ਉਹ TCS ਨਹੀਂ ਐਡਜਸਟ ਕਰ ਲੈਣਗੇ, ਐਡਵਾਂਸ ਟੈਕਸ ਨਹੀਂ ਜਮ੍ਹਾਂ ਕਰਾਉਣਗੇ ਆਪਣਾ।